ਸਤਿ ਸ਼੍ਰੀ ਅਕਾਲ ਦਰਸ਼ਕੋ। ਅਸੀਂ ਅੱਜ ਤੁਹਾਡੀ ਮੁਲਾਕਾਤ ਇੱਕ ਪ੍ਰਸਿੱਧ ਕਵੀ ਮੰਗਾ ਸਿੰਘ ਜੀ ਬਾਸੀ ਦੇ ਨਾਲ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਕਵਿਤਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਿਲ ਹਨ। ਭਾਵੇਂ ਸਾਨੂੰ ਮਿਸਟਰ ਮੰਗਾ ਸਿੰਘ ਬਾਸੀ ਜੀ ਬਾਰੇ ਜਾਣਕਾਰੀ ਘੱਟ ਹੈ, ਪਰ ਉਹਨਾਂ ਦਾ ਨਾਮ ਪ੍ਰਸਿੱਧ ਕਾਵਿਆਂ ਦੇ ਵਿੱਚ ਸ਼ਾਮਿਲ ਹੈ। ਇੱਕ ਪ੍ਰਸਿੱਧ ਕਵੀ ਹੁੰਦੇ ਸੀ ਜਿਨ੍ਹਾਂ ਦਾ ਨਾਮ ਸੀ ਸ਼ਿਵ ਕੁਮਾਰ ਬਟਾਲਵੀ। ਉਹ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦਾ ਕੀਮਤੀ ਖਜ਼ਾਨਾ ਹਜੇ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਹੈ। ਜਿਹੜੀ ਝਲਕ ਆਪਾਂ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੇ ਕਵਿਤਾਵਾਂ ਵਿੱਚੋਂ ਮਿਲਦੀ ਸੀ, ਉਹੀ ਝਲਕ ਅੱਜ ਆਪਾਂ ਨੂੰ ਮੰਗਾ ਸਿੰਘ ਬਾਸੀ ਜੀ ਦੇ ਕਵਿਤਾਵਾਂ ਵਿੱਚੋਂ ਮਿਲਦੀ ਹੈ। ਅਸੀਂ ਅੱਜ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਵੀ ਸਾਡੀ ਮੁਲਾਕਾਤ ਇੱਕ ਪ੍ਰਸਿੱਧ ਕਵੀ ਮੰਗਾ ਸਿੰਘ ਬਾਸੀ ਦੇ ਨਾਲ ਹੋਰ ਜਾਰੀ ਹੈ, ਅਤੇ ਹੁਣ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ। ਸਭ ਤੋਂ ਪਹਿਲਾਂ ਮਿਸਟਰ ਬਾਸੀ, ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਇਸ ਇੰਟਰਵਿਊ ਵਿੱਚ ਸ਼ਾਮਲ ਹੋਏ ਆ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਉਠਾਉਣਾ ਤੁਹਾਡੇ ਲਈ ਉਹ ਹੈਗਾ ਤੁਹਾਡੇ ਬਚਪਨ ਬਾਰੇ, ਤੁਹਾਡੇ ਪਿਛੋਕੜ ਬਾਰੇ ਅਤੇ ਜਿਹੜੀ ਤੁਸੀਂ ਵਿੱਦਿਆ ਪ੍ਰਾਪਤ ਕੀਤੀ ਉਹਦੇ ਬਾਰੇ। ਥੈਂਕ ਯੂ ਗਗਨ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੇ ਸਵਾਲ ਦਾ ਠੀਕ ਜਵਾਬ ਦੇ ਸਕਾਂ। ਮੇਰਾ ਬਚਪਨ ਤੇ ਮੇਰਾ ਪਿਛੋਕੜ ਬੜਾ ਫੁੱਲ ਆਫ ਐਕਸਾਈਟਮੈਂਟ ਸੀ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮਿਆ। ਮੇਰੇ ਪਿੰਡ ਦਾ ਨਾਮ ਬੀੜ ਬੰਸੀਆਂ, ਜਿਹੜਾ ਕਿ ਡਿਸਟ੍ਰਿਕਟ ਜਲੰਧਰ ਤੇ ਤਹਿਸੀਲ ਫਲੌਰ ਦੇ ਵਿੱਚ ਹੈਗਾ। ਤੇ 5ਵੀਂ ਤੱਕ ਦੀ ਪੜ੍ਹਾਈ ਮੈਂ ਆਪਣੇ ਪਿੰਡ 'ਚ ਕੀਤੀ, ਤੇ ਬਾਅਦ ਵਿੱਚ ਮੈਂ ਹਾਇਰ ਸੈਕੰਡਰੀ ਰੋੜਕਾ ਕਲਾਂ ਤੇ BA ਜੜਿਆਲਾ, ਜੋ ਮੰਜਕੀ ਵਿੱਚ ਜੜਿਆਲਾ ਕਹੋਦਾ, ਉੱਥੋਂ ਕੀਤੀ। ਤੇ ਮੇਰੀ ਹਾਇਰ ਐਜੂਕੇਸ਼ਨ ਜਿਹੜੀ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਹਿਲਪੁਰ ਖਾਲਸਾ ਕਾਲਜ ਜਲੰਧਰ ਤੋਂ ਮਾਸਟਰੀ ਕੀਤੀ। ਉਹ ਮਾਸਟਰ ਮੇਰੀ ਪੋਲੀਟੀਕਲ ਸਾਇੰਸ ਦੇ ਵਿੱਚ ਹੈ। ਤੁਸੀਂ BA ਦੀ ਗੱਲ ਕੀਤੀ, ਤੁਹਾਡੀ BA ਦੇ ਵਿੱਚ ਮੇਜਰ ਕਾਹਦਾ ਸੀਗਾ? ਮੇਜਰ ਮੇਰੇ ਸੀਗੇ ਹਿਸਟਰੀ, ਪੋਲੀਟੀਕਲ ਸਾਇੰਸ ਤੇ ਪੰਜਾਬੀ, ਇਹ ਇਹੋ ਜਿਹੇ ਸਬਜੈਕਟ ਸੀਗੇ। ਠੀਕ ਹੈ। ਇੰਗਲਿਸ਼ ਤਾਂ ਸੀਗੀ। ਹੁਣ ਆਪਾਂ ਗੱਲ ਕਰਦੇ ਤੁਹਾਡਾ ਕੈਨੇਡਾ ਸਫ਼ਰ। ਤੁਸੀਂ ਕਿਸ ਸਾਲ ਵਿੱਚ ਕੈਨੇਡਾ ਆਏ ਸੀ? ਮੈਂ ਗਗਨ ਕੈਨੇਡਾ ਮੈਂ BA ਮੈਂ ਮਾਸਟਰ ਵੀ ਜਿਹੜੀ ਸੀ ਉਹ ਵੀ 1997 ਦੇ ਵਿੱਚ ਕਰ ਲਈ ਸੀ। ਤੇ ਆਫਟਰ ਜਸਟ ਹੈਵਿੰਗ ਦ ਡਿਗਰੀ ਇਨ ਜੁਲਾਈ, ਤੇ ਮੈਂ ਅਗਸਤ ਦੇ ਵਿੱਚ ਮੇਰੀ ਇੰਗੇਜਮੈਂਟ ਇੱਥੇ ਹੋ ਗਈ ਸੀਗੀ, ਤੇ ਅਗਸਤ ਦੇ ਵਿੱਚ ਮੈਂ ਇੱਥੇ ਕੈਨੇਡਾ ਮਾਈਗ੍ਰੇਟ ਕਰ ਗਿਆ, ਤੇ ਨਵੰਬਰ 6 ਨੂੰ ਮੇਰਾ ਸਰੀ 'ਚ ਵਿਆਹ ਹੋਇਆ ਸੀ। ਠੀਕ ਹੈ ਜੀ। ਤੇ ਜੇ ਤੁਹਾਡਾ ਕੈਨੇਡਾ ਦਾ ਸਫ਼ਰ ਕੀ ਕਾਫੀ ਸਮੂਥ ਸੀਗਾ ਜਾਂ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਨੋ, ਮੈਂ ਇਹ ਕਹਿ ਸਕਦਾ ਬਹੁਤ ਵਧੀਆ ਸਮੂਥ ਰਿਹਾ, ਕਿਉਂਕਿ ਆਫਟਰ ਕੰਪਲੀਟਿੰਗ ਮਾਈ ਐਜੂਕੇਸ਼ਨ ਮੈਨੂੰ ਕੋਈ ਇਹੋ ਜਿਹੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਕੋਈ ਜੋਬ ਫਾਈਂਡਿੰਗ ਲਈ, ਕਿ ਮੈਂ ਸਿਫਾਰਸ਼ਾਂ ਟੋੜਦਾ ਜਾਂ ਕੋਈ ਇਹੋ ਜਿਹਾ ਬੰਦੇ ਇਨਫਲੂਐਂਸ਼ੀਅਲ ਟੋੜਦਾ। ਮੇਰੇ ਪੇਰੈਂਟਸ ਟੋੜਦੇ ਕਿ ਸਾਡੇ ਮੁੰਡੇ ਨੂੰ ਜੋਬ ਦਿਵਾਓ, ਕਿਉਂਕਿ ਉੱਥੇ ਕਲਚਰ ਇਹੋ ਜਿਹਾ ਸੀ ਔਰ ਅਜੇ ਵੀ ਹੈਗਾ। ਮੈਂ ਉਹ ਤੋਂ ਬਚਿਆ, ਕਿਉਂਕਿ ਮੈਂ ਸਿੱਧਾ ਹੀ ਆਫਟਰ ਹੈਵਿੰਗ ਮਾਈ ਡਿਗਰੀ ਮੈਂ ਇੱਥੇ ਕੈਨੇਡਾ 'ਚ ਆ ਗਿਆ। ਤੇ ਇੱਥੇ ਆ ਕੇ ਕਿਉਂਕਿ ਮੈਂ ਯੰਗ ਸੀ, ਆਈ ਵਾਜ਼ ਓਨਲੀ 23, ਤੇ ਆ ਕੇ ਮੈਂ ਫਿਰ ਮਿਲ 'ਚ ਕੰਮ ਕਰਨਾ ਸ਼ੁਰੂ ਕੀਤਾ, ਰਾਤ ਦਿਨ 7 days a week, ਕਦੀ 2 ਸ਼ਿਫਟਾਂ ਵੀ ਕੀਤਾ। ਔਰ ਉਹਨਾਂ ਦਿਨਾਂ ਤੇ ਬੜਾ ਮਾਣ ਆ, ਕਦੇ ਥੱਕੀ ਦਾ ਨਹੀਂ ਸੀ। ਤੇ ਕਿਉਂਕਿ ਪਿੰਡ 'ਚੋਂ ਆਏ ਸੀ, ਖੇਡਦੇ ਆਏ ਸੀਗੇ, ਕੰਮ ਕਰਦੇ ਆਏ ਸੀ, ਉਹਦਾ ਬੜਾ ਬੈਨੀਫਿਟ ਹੋਇਆ। ਤਾਂ ਹੁਣ ਤੁਸੀਂ ਇੱਕ ਪ੍ਰਸਿੱਧ ਕਵੀ ਹੋ, ਤਾਂ ਤੁਸੀਂ ਕਵਿਤਾਵਾਂ ਲਿਖਣੀਆਂ ਕਦੋਂ ਸ਼ੁਰੂ ਕੀਤੀਆਂ ਤੇ ਕਿਉਂ ਕੀਤੀਆਂ? ਦੇਖੋ ਗਗਨ, ਐਕਚੁਅਲੀ ਜੇ ਮੈਂ ਕਹਾਂ ਤੇ ਹਰ ਇੱਕ ਬੰਦਾ ਆਪਣੇ ਆਪ ਦੇ ਵਿੱਚ ਕਵੀ ਹੈ, ਕਿਉਂਕਿ ਹਰ ਇੱਕ ਬੰਦੇ ਦੇ ਮਨ ਦੇ ਵਲਵਲੇ ਵੱਖਰੇ ਵੱਖਰੇ ਹੁੰਦੇ ਹੈਗੇ ਆ। ਇਸੇ ਤਰ੍ਹਾਂ ਮੈਂ ਵੀ ਉਹਨਾਂ ਚੋਂ ਹੀ ਆ। ਆਮ ਜਿਹੜੇ ਕਵੀ ਆ ਜਾਂ ਲੇਖਕ ਆ ਉਹ ਸਧਾਰਨ ਆਦਮੀ ਹੁੰਦੇ ਆ, ਪਰ ਜਿਹੜੀ ਕਵਿਤਾ ਦਾ ਜਨਮ ਹੋਣਾ ਇਹ ਇੱਕ ਕਵੀ ਦੀ ਕ੍ਰੀਏਟਿਵਿਟੀ ਤੇ ਨਿਰਭਰ ਕਰਦਾ ਕਿ ਉਹ ਕਿਵੇਂ ਸ਼ਬਦਾਂ ਦੀ ਤੇ ਮਨ ਦੀ ਜਿਹੜੀ ਮਨ ਦੇ ਵਲਵਲੇ ਆ ਉਹਦੀ ਖੇਡ ਨੂੰ ਉਹ ਕਿੰਨਾ ਕੁ ਉਸ ਖੇਡ ਦੇ ਵਿੱਚ ਉਹ ਕਿੰਨਾ ਕੁ ਨਿਪੁੰਨ, ਕਿੰਨਾ ਕੁ ਸਫਲ ਹੈ। ਬਸ ਇਹ ਆ ਜਦੋਂ ਕਵਿਤਾ ਜੇ ਇਹ ਵੀ ਕਹਿ ਲਈਏ ਕਿ ਸ਼ਬਦਾਂ ਤੇ ਮਨ ਦੀ ਅਵਸਥਾ ਦੀ ਖੇਡ ਹੈਗੀ ਆ। ਤੇ ਮੈਂ ਕਵਿਤਾ ਵੈਸੇ ਤਕਰੀਬਨ ਮੈਂ ਸਕੂਲ ਟਾਈਮ ਤੋਂ ਲਿਖਦਾ, ਉਹ ਸਧਾਰਨ ਲਿਖਦਾ ਸੀ। ਫਿਰ ਉਸ ਤੋਂ ਬਾਅਦ ਹੁਣ ਤੁਸੀਂ ਦੇਖਦੇ ਜਾਂ ਵੀ ਮੇਰੀਆਂ ਕਈ ਕਿਤਾਬਾਂ ਛਪੀਆਂ ਜਿਹੜੀਆਂ ਕਿ ਪੰਜਾਬੀ ਪਾਠਕਾਂ ਵੱਲੋਂ ਉਹਨਾਂ ਦਾ ਸਭ ਦਾ ਹੀ ਭਰਵਾ ਹੰਗਾਰਾ ਮਿਲਿਆ ਹੈ। ਮਿਸਟਰ ਬਾਸੀ, ਜਿੱਦਾਂ ਆਪਾਂ ਜਾਣਦੇ ਹਾਂ ਸਾਰੀਆਂ ਮਾਵਾਂ ਨੂੰ ਆਪਣੇ ਪੁੱਤਰ ਪਿਆਰੇ ਹੁੰਦੇ ਆ, ਅਤੇ ਸਾਰੇ ਕਵੀਆਂ ਨੂੰ ਆਪਣੀਆਂ ਕਵਿਤਾਵਾਂ ਪਿਆਰੀਆਂ ਹੁੰਦੀਆਂ ਆ। ਤੁਹਾਡੀ ਸਭ ਤੋਂ ਜ਼ਿਆਦਾ ਮਨਪਸੰਦ ਕਵਿਤਾ ਕਿਹੜੀ ਹੈ ਜਿਹੜੀ ਤੁਸੀਂ ਖੁਦ ਲਿਖੀ ਹੈ?
ਐਕਚੁਅਲੀ ਗਗਨ, ਜਿਹੜੀ ਕਵਿਤਾ, ਜਿਵੇਂ ਮੈਂ ਦੱਸਿਆ ਵੀ ਕਵਿਤਾ ਤੇ ਹਰ ਪਲ ਪਲ ਦੀ ਕ੍ਰੀਏਸ਼ਨ ਆ, ਮਨ ਦੀ ਕ੍ਰੀਏਸ਼ਨ। ਔਰ ਇੱਕ ਕਵੀ ਨੇ ਉਹ ਜਿਹੜੀ ਕ੍ਰੀਏਟਿਵਿਟੀ ਹੈਗੀ, ਉਹਦੇ ਮਨ ਦੀ ਕ੍ਰੀਏਟਿਵਿਟੀ, ਉਹਨੂੰ ਸ਼ਬਦਾਂ ਦੇ ਰੂਪ ਦੇ ਕੇ, ਮਤਲਬ ਕਵਿਤਾ ਦੇ ਰੂਪ ਵਿੱਚ ਲੋਕਾਂ ਦੇ ਜਾਂ ਪਾਠਕਾਂ ਦੇ ਸਾਹਮਣੇ ਲਿਆਉਣਾ, ਇਹ ਮੇਰੇ ਲਈ ਬੜੀ ਔਖਾ, ਕਿਉਂਕਿ ਮੇਰੀਆਂ ਸਾਰੀਆਂ ਹੀ ਕਵਿਤਾਵਾਂ ਜਿਹੜੀਆਂ ਉਹ ਮੈਨੂੰ ਮੇਰੇ ਬੱਚਿਆਂ ਵਾਂਗੇ ਲੱਗਦੀਆਂ। ਜਿਵੇਂ ਤੁਸੀਂ ਕਿਹਾ ਕਿ ਹਰ ਮਾਂ ਨੂੰ ਬੱਚੇ ਪਿਆਰੇ ਹੁੰਦੇ ਆ, ਤੇ ਇਹ ਮੈਂ ਕੋਈ ਨਹੀਂ ਕਹਿ ਸਕਦਾ ਕਿ ਕਿਹੜੀ ਕਵਿਤਾ ਮੈਨੂੰ ਵਧੀਆ ਲੱਗਦੀ ਆ। ਇਹ ਮੇਰੇ ਪਾਠਕਾਂ ਨੇ ਮੈਨੂੰ ਦੱਸਣਾ ਕਿ ਬਾਸੀ ਦੀ ਕਿਹੜੀ ਕ੍ਰੀਏਸ਼ਨ ਜਿਹੜੀ ਉਹ ਵਧੀਆ ਆ, ਤੇ ਕਿਹੜੀ ਬਾਕੀਆਂ ਨਾਲੋਂ ਵਧੀਆ ਹੈਗੀ ਆ, ਔਰ ਕਿਹੜੇ ਲੈਵਲ 'ਚ ਹੈਗੀ ਆ। ਜਦੋਂ ਤੁਸੀਂ ਕਵਿਤਾਵਾਂ ਲਿਖਦੇ ਹੋ, ਤੁਸੀਂ ਖੁਦ ਸੋਚ ਕੇ ਲਿਖਦੇ ਹੋ ਕਿ ਜਿਹੜੇ ਹੋਰ ਵੱਖ-ਵੱਖ ਕਵੀ ਨੇ ਉਹਨਾਂ ਦੀ ਵੀ ਤੁਹਾਡੇ ਤੇ ਥੋੜੀ ਬਹੁਤੀ ਪ੍ਰੇਰਨਾ ਹੈਗੀ? ਦੇਖੋ ਜੀ, ਗੱਲ ਤਾਂ ਇਹ ਆ ਵੀ ਆਦਮੀ ਜਿਹੜਾ ਹੈਗਾ ਉਹ ਤੇ ਆਲਵੇਜ਼ ਸਿੱਖਦਾ। ਜੇ ਤੁਸੀਂ ਜਿਹੜੇ ਅੱਜ ਜੇ ਗ੍ਰੇਟ ਬੰਦੇ ਹੋਏ ਆ ਦੁਨੀਆ 'ਚ, ਉਹਨਾਂ ਨੂੰ ਵੀ ਆਪਾਂ ਪੜ੍ਹੀਏ ਜਾਂ ਤੁਸੀਂ ਪੜ੍ਹਿਆ ਹੋਊਗਾ, ਤੇ ਉਹਨਾਂ ਨੇ ਆਖਰੀ ਸਾਹਾਂ ਤੱਕ ਵੀ ਕਿਹਾ ਵਾਹ ਵੇ ਵਾਹ, ਆਖਰੀ ਸਾਹ ਤੋਂ ਲੈਣ ਤੋਂ ਪਹਿਲਾਂ ਆ ਵੀ ਗੱਲ ਸਿੱਖ ਲਈ। ਅਸੀਂ ਵੀ ਇਸੇ ਤਰ੍ਹਾਂ ਵੀ ਆਰ ਪ੍ਰੋਸੈਸ ਆਫ ਲਰਨਿੰਗ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਕਵੀ ਨੂੰ ਇਹ ਸਮਝ ਕੇ ਕਿ ਮੈਂ ਉਹਦੇ ਵਰਗੀ ਕਵਿਤਾ ਲਿਖੀ, ਨਹੀਂ। ਮੇਰੀ ਕਵਿਤਾ ਨਰੋਲ ਮੇਰੀ ਆਪਣੀ ਆ, ਔਰ ਮੇਰੇ ਵਿਚਾਰ ਜਿਹੜੇ ਉਹ ਆਪਣੇ ਆ, ਔਰ ਮੈਂ ਆਪਣੇ ਵਿਚਾਰਾਂ ਨੂੰ ਆਪਣੀ ਐਬਿਲਿਟੀ ਦੇ ਮੁਤਾਬਕ ਮੇਰੇ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਪਰੋਣ ਦਾ ਯਤਨ ਕੀਤਾ, ਔਰ ਉਹਨਾਂ ਨੂੰ ਇੱਕ ਕਵਿਤਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਿਸਟਰ ਬਾਸੀ ਜੀ, ਅਗਲਾ ਸਵਾਲ ਇਹ ਹੈਗਾ ਵੀ ਬਾਹਰ ਰਹਿੰਦੇ ਲੋਕ ਫੋਰਨ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਕੰਮ ਤੋਂ ਵਿਹਲ ਨਹੀਂ ਮਿਲਦਾ, ਪਰ ਫਿਰ ਵੀ ਤੁਸੀਂ ਪੰਜਾਬੀ ਸਾਹਿਤ ਦੇ ਨਾਲ ਆਸ਼ਿਕੀ ਪਾਈ ਆ, ਫਿਰ ਵੀ ਤੁਸੀਂ ਪ੍ਰੇਮੀ ਰਹੇ ਹੋ ਪੰਜਾਬੀ ਸਾਹਿਤ ਦੇ, ਇਹਦਾ ਕੀ ਕਾਰਨ ਆ? ਚੱਕਰ ਇਹ ਸੀ, ਦੂਸਰੀ ਗੱਲ ਮੈਂ ਇਹ ਵੀ ਤੁਹਾਨੂੰ ਦੱਸਣਾ ਕਿ ਜਿਹੜੀ ਕਵਿਤਾ ਹੈਗੀ ਆ, ਕਿਸੇ ਵੀ ਸ਼ੌਕ ਜਾਂ ਕ੍ਰੀਏਟਿਵਿਟੀ ਦਾ ਬਹੁਤ ਵੱਡੀ ਐਜੂਕੇਸ਼ਨ ਜਾਂ ਡਿਗਰੀਆਂ ਨਾਲ ਸੰਬੰਧ ਨਹੀਂ ਹੁੰਦਾ। ਹਾਂਜੀ, ਸਹੀ ਗੱਲ। ਕਿਉਂਕਿ ਜਿਹੜੀਆਂ ਬਹੁਤ ਸਾਰੇ ਲੋਕ ਇਹੋ ਜਿਹੇ ਹੋਏ ਆ ਜਿਨ੍ਹਾਂ ਕੋਲ ਕੋਈ ਯੂਨੀਵਰਸਿਟੀ ਡਿਗਰੀਜ਼ ਨਹੀਂ ਸੀਗੀਆਂ, ਪਰ ਉਹ ਸੁਸਾਇਟੀ ਨੂੰ ਆਪਣੀ ਜ਼ਿੰਦਗੀ ਤੋਂ ਬਾਅਦ ਇਹੋ ਜਿਹੀਆਂ ਸੇਧਾਂ ਦੇ ਗਏ ਜਿਹੜੀਆਂ ਕਿ ਬੜੀਆਂ ਕ੍ਰੀਏਟਿਵ ਸਿੱਧ ਹੋਈਆਂ, ਬੜੀਆਂ ਸਾਰਥਕ ਸਿੱਧ ਹੋਈਆਂ, ਜਿਹਦੇ ਤੋਂ ਲੋਕ ਜਿਹੜੇ ਆ, ਮਤਲਬ ਆਉਣ ਵਾਲੀਆਂ ਪੀੜ੍ਹੀਆਂ ਆ, ਉਹ ਦਿਸ਼ਾ ਲੈਂਦੀਆਂ ਹੈਗੀਆਂ। ਸੋ ਆਪਾਂ ਕੀ ਸਵਾਲ ਕਰਦੇ ਸੀ? ਵੇ ਬਾਹਰ ਰਹਿੰਦੇ ਵਿਦੇਸ਼ੀ ਲੋਕ, ਉਹਨਾਂ ਨੂੰ ਕੰਮ ਤੋਂ ਵਿਹਲ ਨਹੀਂ ਮਿਲਦਾ। ਪਰ ਐਕਚੁਅਲੀ ਗੱਲ ਇਹ ਹੈ ਕਿ ਕਵਿਤਾ ਜਿਹੜੀ ਆ ਉਹ ਮੇਰੇ ਅੰਗ ਸੰਗ ਰਹੀ ਬਚਪਨ ਤੋਂ ਹੀ। ਉਹ ਮੇਰੇ ਨਾਲ ਸੱਜੇ ਖੱਬੇ ਅੱਗੇ ਮੇਰੇ ਨਾਲ ਲੁਕਣ ਮੀਚਾਂ ਖੇਡਦੀ ਰਹੀ, ਤੇ ਕਾਰਨ ਇਹ ਸੀ ਕਿ ਹੁਣ ਵੀ ਕਵਿਤਾ ਮੇਰੇ ਨਾਲ ਰਹਿੰਦੀ ਆ, ਚਾਹੇ ਉਹ ਬਰਫ਼ ਦੇ ਮਾਰੂਥਲ ਦੇ ਮਤਲਬ ਪ੍ਰਸੰਗ ਵਿੱਚ ਹੋਵੇ, ਜਾਂ ਉਹ ਧਰਤ ਕਰੇ ਰਜੋਈ ਦੇ ਪ੍ਰਸੰਗ ਦੇ ਵਿੱਚ ਹੋਵੇ, ਜਾਂ ਕੂੰਜਾਂ ਦੇ ਸਰਨਾਮੇ ਦੇ ਵਿੱਚ ਹੋਵੇ, ਜਾਂ ਫਿਰ ਜਿਹੜੀ ਮੇਰੀ ਹੁਣ ਕਿਤਾਬ ਛਪੀ ਆ ਨਦੀ ਦਾ ਸਫ਼ਰ, ਉਹਦੇ ਰੂਪ ਵਿੱਚ ਹੋਵੇ। ਕਿਉਂਕਿ ਮੈਂ ਇੱਕ ਪੇਂਡੂ ਮਤਲਬ ਵਾਤਾਵਰਣ ਦੇ ਵਿੱਚ ਜਨਮਿਆ, ਉੱਥੇ ਮੈਂ ਜਵਾਨ ਹੋਇਆ, ਮੈਂ ਕਪਾਹਾਂ ਖਿੜਦੀਆਂ ਦੇਖੀਆਂ, ਮੈਂ ਕਣਕਾਂ ਨਿਸਰਦੀਆਂ ਦੇਖੀਆਂ, ਉਹ ਪੂਰੇ ਜੋਗਨ ਤੇ ਆਈਆਂ ਦੇਖੀਆਂ, ਤੇ ਵਾਢੀਆਂ ਪੈਂਦੀਆਂ ਦੇਖੀਆਂ, ਜਦੋਂ ਕਿ ਉਹ ਕਣਕਾਂ ਇੱਕਦਮ ਸੁਨਹਿਰੀ ਰੂਪ ਮਤਲਬ ਬਟਾ ਲੈਂਦੀਆਂ। ਤੇ ਮੇਰਾ ਫਰਜ਼ ਬਣਦਾ ਸੀ ਕਿ ਜਿਸ ਧਰਤੀ, ਜਿਸ ਮਿੱਟੀ 'ਚ, ਜਿਹਨਾਂ ਲੋਕਾਂ 'ਚ ਮੈਂ ਪਲਿਆ, ਮੈਂ ਉਹਨਾਂ ਦੀਆਂ ਭਾਵਨਾਵਾਂ ਤੇ ਉਹਨਾਂ ਬਿਰਖਾਂ ਦੀਆਂ ਭਾਵਨਾਵਾਂ, ਉਹਨਾਂ ਫਸਲਾਂ ਦੀਆਂ ਮਤਲਬ ਜੋ ਭਾਵਨਾਵਾਂ ਸਾਡੇ ਪ੍ਰਤੀ ਹੈਗੀਆਂ, ਉਹ ਮੈਂ ਸ਼ਬਦਾਂ ਦੇ ਵਿੱਚ ਬਿਆਨ ਕਰਾਂ। ਔਰ ਮੈਂ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੰਪਲੀਟ ਹੋ ਗਿਆ, ਮੈਂ ਸਟਿਲ ਇਨ ਦਾ ਪ੍ਰੋਸੈਸ, ਤੇ ਮੈਂ ਹੋਰ ਵੀ ਕਰੂੰਗਾ। ਤੇ ਕਵਿਤਾ ਇਟਸ ਵੈਰੀ ਇੰਟਰਸਟਿੰਗ। ਔਰ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਦੱਸਿਆ ਕਿ ਇਹ ਹਰ ਬੰਦਾ ਕਵੀ ਆ, ਤੇ ਉਹਨਾਂ ਚੋਂ ਮੈਂ ਵੀ ਇੱਕ। ਤੁਸੀਂ ਗੱਲ ਕੀਤੀ ਸੀ ਬਰਫ਼ ਦਾ ਮਾਰੂਥਲ ਦੇ ਬਾਰੇ, ਇਹ ਤੁਸੀਂ ਕਿਤਾਬ 1992 ਵਿੱਚ ਲਿਖੀ ਮੇਰੇ ਹਿਸਾਬ ਨਾਲ। ਹਾਂਜੀ, 20-21 ਸਾਲ ਪਹਿਲਾਂ ਤੁਸੀਂ ਮੇਰੇ ਡੈਡ ਨੂੰ ਦਿੱਤੀ ਸੀ, ਹਜੇ ਵੀ ਸੰਭਾਲ ਕੇ ਰੱਖੀ ਆ ਤੁਹਾਡੀ ਕਿਤਾਬ, ਉਦਾਂ ਦੀ ਪਈ ਆ ਜੀ। ਇਹਦੇ ਵਿੱਚ ਵੈਸੇ ਪੜ੍ਹਦਾ ਸੀ ਤਾਂ ਇੱਕ ਸਫ਼ਾ ਸੀਗਾ, ਕਵਿਤਾ ਸੀ ਜਿਹਦਾ ਨਾਂ ਹੈਗਾ ਆ ਥੋਰਾਂ ਦੇ ਬੂਟੇ। ਇਹਦੇ ਵਿੱਚ ਇੱਕ ਹੈਗਾ ਆ ਪੈਸੇਜ ਜਿੱਥੇ ਲਿਖਿਆ ਆ, ਨਾ ਖੇਤ ਨਾ ਫੁੱਲ ਦਿਸਦੇ, ਦੇਵਣ ਨਾ ਠੰਡੀਆਂ ਛਾਵਾਂ ਨੀ, ਨਾਗਾ ਵਾਂਗੂ ਡੰਗ ਚਲਾਉਂਦੇ, ਜਦ ਵੀ ਨੇੜੇ ਜਾਵਾਂ ਨੀ, ਤੱਗ ਡੰਡੀਆਂ ਤੇ ਸੂਲਾ ਖੇਡੀਆਂ, ਗੁਲਸ਼ਨ ਬੰਜਰ ਬਣਾਏ। ਇਹ ਜਿਹੜਾ ਪਹਿਰਾ ਆ, ਇਹਦੀ ਕੀ ਅਹਿਮੀਅਤ ਆ? ਇਹ ਜਦੋਂ ਆਪਣਾ 1984 ਵਿੱਚ ਸਿੱਖਾਂ ਦੇ ਨਾਲ ਹੋਇਆ ਸੀਗਾ,
ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਨੀਲਾ ਤਾਰਾ, ਕੀ ਉਹਦੇ ਬਾਰੇ ਸੋਚ ਕੇ ਤੁਸੀਂ ਇਹ ਐਕਚੁਅਲੀ ਯੂ ਆਰ ਰਾਈਟ, ਯੂ نو ਉਸ ਵੇਲੇ ਜਿਵੇਂ ਆਮ ਆਪਣੇ ਪੰਜਾਬੀਆਂ ਦੀ ਜਿਹੜੀ ਮਾਨਸਿਕ ਅਵਸਥਾ ਸੀ ਉਹ ਬਲੁੰਦਰੀ ਗਈ ਸੀ, ਮੈਂ ਵੀ ਉਹਨਾਂ ਚੋਂ ਸੀ। ਚਾਹੇ ਮੈਂ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਕਿ ਕਿਹਦਾ ਕਸੂਰ ਸੀ, ਪਰ ਜਿਹੜੀ ਮੇਰੇ ਮਨ ਦੀ ਸਥਿਤੀ ਸੀ, ਮੈਂ ਜੋ ਛੱਡ ਕੇ ਆਇਆ ਸੀ, ਜੋ ਸਨ 82 ਤੋਂ ਲਾ ਕੇ ਜਾਂ 78 ਤੋਂ ਲਾ ਕੇ 92 ਤੱਕ ਰਹੀ ਆ, ਉਹਨੇ ਮੇਰੇ ਮਨ ਤੇ ਵੀ ਗਹਿਰਾ ਅਸਰ ਛੱਡਿਆ। ਤੇ ਉਹ ਮੇਰੇ ਮਨ ਦੇ ਮਤਲਬ ਕ੍ਰੀਏਸ਼ਨ ਇਸ ਤਰ੍ਹਾਂ ਸੀ ਕਿ ਉਹ ਪੰਜਾਬ ਜਿਹੜਾ ਮੈਂ ਹੱਸਦਾ ਛੱਡ ਕੇ ਆਇਆ, ਜਿੱਥੇ ਸਰਮਾਂ ਮਤਲਬ ਖਿੜਦੀਆਂ, ਜਿੱਥੇ ਕਪਾਹਾਂ ਖਿੜਦੀਆਂ, ਜਿੱਥੇ ਕਪਾਹਾਂ ਹੱਸਦੀਆਂ, ਜਿੱਥੇ ਫਸਲਾਂ ਜਿਹੜੀਆਂ ਆ ਉਹ ਮਤਲਬ ਹਵਾ ਦੇ ਬੁੱਲਿਆਂ ਦੇ ਨਾਲ ਜੇ ਵਗਦੀਆਂ, ਤੇ ਉੱਥੇ ਇੱਕ ਤਰੰਨਮ ਦੇ ਵਿੱਚ ਕੋਈ ਸਾਨੂੰ ਆਵਾਜ਼ਾਂ ਦਿੰਦੀਆਂ, ਤੇ ਜਿੱਥੇ ਭੈਣ ਭਰਾਵਾਂ ਦੀ ਰੱਖੜੀਆਂ ਬੰਨ੍ਹਦੀ ਰਹੀ ਆ ਉਹ, ਜਾਂ ਜਿੱਥੇ ਪਿੰਡ ਦੇ ਲੋਕ ਇੱਕ ਪਰਿਵਾਰਕ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਸੀ, ਉਹ ਮੈਨੂੰ ਜਦੋਂ ਲੱਗਾ ਕਿ ਉਹਨਾਂ 'ਚ ਤੇੜਾਂ ਆ ਗਈਆਂ, ਉਹੋ ਜਿਹਾ ਪੰਜਾਬ ਨਹੀਂ ਰਿਹਾ। ਤੇ ਫਿਰ ਮੈਂ ਆਪਣੇ ਸ਼ਬਦਾਂ ਦੇ ਵਿੱਚ ਜੋ ਮੇਰੇ ਮਨ ਦੀ ਸਥਿਤੀ ਸੀ, ਮੈਨੂੰ ਇਸ ਤਰ੍ਹਾਂ ਲੱਗਾ ਕਿ ਇਹ ਸਾਡੇ ਉਹ ਜਿੱਥੇ ਫਲ ਸੀ, ਜਿੱਥੇ ਫੁੱਲ ਸੀ, ਜਿੱਥੇ ਛਾਂਦਾਰ ਦਰਖਤ ਸੀਗੇ, ਉੱਥੇ ਅੱਜ ਥੋਰ ਕਿੱਥੋਂ ਆ ਗਏ। ਥੋਰ ਇੱਕ ਕੰਡੇਦਾਰ ਜਿਹਨੂੰ ਕੈਕਟਸ ਕਹਿੰਦੇ ਆ, ਉਹ ਹੈਗਾ, ਤੇ ਜਿਹਦੀ ਨਾ ਛਾਂ ਹੁੰਦੀ ਨਾ ਪੱਤੇ ਹੁੰਦੇ ਹੈਗੇ ਆ। ਤੇ ਮੈਂ ਉਹ ਕਿਹਾ ਵੀ ਇਹ ਕਿੱਥੋਂ ਆ ਗਏ, ਇਹ ਹੁਣ ਕੀ ਉਹ ਥੋਰ ਕੌਣ ਹੈਗੇ, ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਮੇਰੇ ਪਾਠਕਾਂ ਨੇ ਕਰਨੀ ਆ, ਮੈਂ ਤੇ ਉਹਨਾਂ ਦੇ ਅਰਪਣ ਕਰ ਦਿੱਤੀ ਹੈਗੀ। ਤੁਸੀਂ ਹੁਣੀ ਸ਼ਬਦ ਕਿਹਾ ਆ ਮਨ ਦੀ ਸਥਿਤੀ, ਜਦੋਂ ਵੀ ਤੁਸੀਂ ਕੋਈ ਕਵਿਤਾ ਲਿਖਦੇ ਹੋ, ਕੀ ਤੁਸੀਂ ਆਪਣੀ ਮਨ ਦੀ ਸਥਿਤੀ ਪਹਿਲਾਂ ਮੋਹਰੇ ਰੱਖਦੇ ਹੋ, ਉਹਦੇ ਬਾਰੇ ਸੋਚਦੇ ਹੋ ਤਾਂ ਫਿਰ ਲਿਖਦੇ ਹੋ? ਇਹ ਵੈਸੇ ਜਿਹੜੀ ਮਨ ਦਾ ਬਲਬਲਾ ਨਾ, ਉਹ ਕਈ ਵਾਰੀ ਥੋੜਾ ਪਲਾਨ ਨਹੀਂ ਹੁੰਦਾ। ਜਿਵੇਂ ਧਰਤ ਕਰੇ ਰਜੋਈ ਮੇਰੀ ਕਿਤਾਬ ਹੈਗੀ ਆ, ਤੇ ਉਹ ਇੱਕ ਕਾਵ ਨਾਟ ਆ ਬਹੁਤ ਵੱਡਾ, ਜਿੱਦਾਂ ਮਤਲਬ ਇੱਕ ਲੰਬੀ ਕਵਿਤਾ ਆ। ਤੇ ਉਹ ਮੇਰੇ ਖਿਆਲ ਵਿੱਚ ਪਹਿਲਾਂ ਤਾਂ ਇਸ ਤਰ੍ਹਾਂ ਆਉਂਦਾ ਸੀ ਕਿ ਜਦੋਂ ਵੀ ਇੰਡੀਆ ਤੋਂ ਲੋਕ ਆਉਂਦੇ ਆ, ਉਹਨਾਂ ਨੂੰ ਪੁੱਛੀਦਾ ਸੀ ਕੀ ਹਾਲ ਆ ਪੰਜਾਬ ਦਾ, ਦੇਸ਼ ਦਾ, ਤੇ ਹਰ ਇੱਕ ਦੀ ਇੱਕੋ ਹੀ ਆਨਸਰ ਹੁੰਦਾ ਸੀ, ਯਾਰ ਉਹ ਪੰਜਾਬ ਨਹੀਂ ਰਿਹਾ, ਉੱਥੇ ਦਾ ਦਰਖਤ ਵੀ ਸੁੱਕ ਰਹੇ ਆ, ਪੰਛੀ ਜਿਹੜੇ ਆ ਉਹ ਗਾਇਬ ਹੋ ਰਹੇ ਆ। ਤੇ ਮੈਂ ਛੋਟੀ ਜਿਹੀ ਨਜ਼ਮ ਲਿਖਣ ਮੇਰੇ ਮਨ ਚੋਂ ਬਲਬਲਾ ਉੱਠਿਆ ਕਿ ਲਿਖਾਂ, ਪਰ ਅਚਾਨਕ ਮੇਰੇ ਮਨ 'ਚ ਆਇਆ ਵੀ ਇਹ ਤਾਂ ਇੱਕ ਬਹੁਤ ਵੱਡਾ ਵਿਸ਼ਾ ਆ ਜਿਹੜਾ ਕਿ ਸਾਰੀ ਕਾਇਨਾਤ ਨੂੰ ਸੰਬੋਧਨ ਹੋਣਾ ਚਾਹੀਦਾ। ਤੇ ਉਹ ਪਤਾ ਨਹੀਂ ਕਿਵੇਂ ਅਚਾਨਕ ਮੇਰੇ ਮਨ ਦੇ ਵਿੱਚ ਮਤਲਬ ਇਹੋ ਜਿਹਾ ਪਾਤਰ ਆਏ, ਸ਼ਿਵ ਤੇ ਪਾਰਵਤੀ, ਜਿਹੜੇ ਕਿ ਸ਼ਿਵਪੁਰੀ ਦੇ ਵਿੱਚ ਰਹਿ ਰਹੇ ਆ, ਤੇ ਉਹ ਸ਼ਿਵ ਨੂੰ ਇਹ ਪਰਬਲ ਦਿਸ਼ਾ ਉਹਦੀ ਉੱਠਦੀ ਮਨ ਚੋਂ ਕਿ ਮੈਂ ਤਾਂ ਉਹ ਧਰਤੀ ਦੇਖਣੀ ਆ ਜਾ ਕੇ, ਜਿਹਨੂੰ ਛੱਡ ਕੇ ਇੰਨੇ ਦੇਰ ਬਾਅਦ ਆਏ ਹੈਗੇ ਆ। ਤੇ ਉਹ ਫਿਰ ਪਾਰਵਤੀ ਕਹਿੰਦੇ ਆ ਜੇ ਇਹੀ ਗੱਲ ਹੈ, ਜੇ ਤੁਹਾਡੀ ਉਦਾਸੀ ਦਾ, ਤੇ ਮੈਂ ਵੀ ਚੱਲਦੀ। ਜਦੋਂ ਆਉਂਦੇ ਆ ਤੇ ਉਹ ਦੱਸ ਰਿਹਾ, ਦੇਖੋ ਮੇਰੇ ਦਰਖਤ, ਦੇਖੋ ਮੇਰੀ ਧਰਤੀ ਦੀਆਂ ਨਦੀਆਂ, ਦੇਖੋ ਮੇਰੇ ਸਮੁੰਦਰ, ਕਿਆ ਬਾਤ, ਤਾਰੇ ਮਤਲਬ ਕਿਵੇਂ ਟੁੱਬੀਆਂ ਲਗਾਉਂਦੇ ਦੱਸ ਰਹੇ ਆ। ਪਰ ਜਿਸ ਵੇਲੇ ਉਹ ਆ ਕੇ ਉਹਨਾਂ ਦੇ ਕੋਲ ਉਹਨਾਂ ਨਾਲ ਗੱਲ ਕਰਦੇ, ਤੇ ਉਹ ਸਾਰੇ ਕਹਿੰਦੇ ਆ ਅਸੀਂ ਉਹ ਨਹੀਂ ਹੈ, ਤੇ ਅਸੀਂ ਹੁਣ ਮਤਲਬ ਸਾਡੇ ਜਿਹੜੇ ਤਣੇ ਆ, ਸਾਡੇ ਜਿਹੜੇ ਪੱਤੇ ਆ, ਉਹ ਕਮਜ਼ੋਰ ਹੋ ਰਹੇ ਆ। ਤੇ ਕਿਉਂਕਿ ਪੈਸਟੀਸਾਈਡ ਬੰਦੇ ਨੇ ਧਰਤੀ ਪ੍ਰਤੀ ਰਵੱਈਆ ਜਿਹੜਾ ਉਹ ਚੇਂਜ ਕਰ ਲਿਆ ਹੈਗਾ, ਤੇ ਜਿਹੜਾ ਕਿ ਹਰ ਜੀਵ ਦੀ ਚੀਜ਼ ਲਈ ਉਹ ਹਾਨੀਕਾਰਕ ਸਿੱਧ ਹੋ ਰਿਹਾ। ਸੋ ਇਹ ਮਤਲਬ ਪਲਾਨ ਨਹੀਂ ਸੀਗਾ ਕੋਈ ਵੀ, ਪਰ ਇੱਕਦਮ ਹੀ ਕੋਈ ਆਈਡੀਆ ਆਇਆ, ਤੇ ਮੈਂ ਉਹ ਆਪਣੀ ਕਵਿਤਾ ਦੇ ਮਤਲਬ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਢਾਲ ਕੇ ਉਹਨੂੰ ਕਵਿਤਾ ਦਾ ਰੂਪ ਦਿੱਤਾ। ਮਿਸਟਰ ਬਾਸੀ, ਵੈਸੇ ਮੈਂ ਕਿਤਾਬ ਦੇਖ ਰਿਹਾ ਸੀ ਪਹਿਲਾਂ, ਤੇ ਆ ਜਿਹੜੀ ਤਸਵੀਰ ਹੈ ਤੁਹਾਡੀ 20-25 ਸਾਲ ਪਹਿਲਾਂ ਦੀ, ਤੁਸੀਂ ਇੱਥੇ ਵੀ ਹੁਣ ਵੀ ਉਦਾਂ ਦੇ ਲੱਗਦੇ, ਤੇ 20-25 ਸਾਲ ਪਹਿਲਾਂ ਵੀ ਇਦਾਂ ਦੇ ਲੱਗਦੇ ਸੀਗੇ। ਇਹ ਕੀ ਕਵਿਤਾਵਾਂ ਲਿਖਣ ਜਾਂ ਇਹਦਾ ਕੀ ਰਾਜ ਹੈ, ਸਾਨੂੰ ਦੱਸੋ। ਤੇ ਕੋਈ ਗੱਲ ਤਾਂ ਇਹ ਆ ਵੀ ਤੁਸੀਂ ਸਾਡੇ ਬੱਚੇ ਆ, ਔਰ ਮੈਨੂੰ ਬੜਾ ਇੰਟਰਸਟਿੰਗ ਲੱਗਾ, ਔਰ ਮੈਂ ਦੱਸੂਗਾ ਕਿਉਂਕਿ ਮੈਂ ਐਜ਼ ਏ ਟੋਲਡ ਯੂ ਰੇਟ ਕਿ ਜਿਵੇਂ ਮੈਂ ਦੱਸਿਆ ਕਿ ਮੇਰਾ ਬਚਪਨ ਤੋਂ ਹੀ ਲਾਈਫ ਜਿਹੜੀ ਆ ਫੁੱਲ ਆਫ ਐਕਸਾਈਟਮੈਂਟਸ ਹੈ। ਆਈ ਐਮ ਦ ਓਨਲੀ ਸਨ ਆਫ ਮਾਈ ਪੇਰੈਂਟਸ, ਤੇ ਵੱਡੀਆਂ ਮੇਰੀਆਂ ਸਿਸਟਰਸ ਤਿੰਨ ਸੀਗੀਆਂ, ਤੇ ਬਚਪਨ ਤੋਂ ਹੀ ਮੈਂ ਉਹ ਲੀਡ ਕੀਤਾ, ਚਾਹੇ ਉਹ ਮਤਲਬ ਐਲੀਮੈਂਟਰੀ ਸਕੂਲ ਸੀ, ਚਾਹੇ ਉਹ ਮਿਡਲ ਸਕੂਲ ਸੀ, ਚਾਹੇ ਉਹ ਹਾਇਰ ਸੈਕੰਡਰੀ ਸੀ, ਫਿਰ ਕਾਲਜ ਤੁਹਾਡੇ ਤਾਇਆ ਜੀ ਜਾਣਦੇ ਆ, ਅਸੀਂ ਮਤਲਬ ਕਦੋਂ ਕਬੱਡੀ ਖੇਡਦੇ ਹੁੰਦੇ ਸੀ। ਆਈ ਯੂਜ਼ ਟੂ ਬੀ ਦ ਕੈਪਟਨ, ਆਈ ਯੂਜ਼ ਟੂ ਬੀ ਦ ਮੋਨੀਟਰ ਆਫ ਦ ਕਲਾਸ, ਆਈ ਯੂਜ਼ ਟੂ ਬੀ ਦ ਸਪੋਕਸਮੈਨ ਆਫ ਮਾਈ ਵਿਲੇਜ, ਆਈ ਯੂਜ਼ ਟੂ ਬੀ ਦ ਐਵਰੀਵੇਅਰ। ਤੇ ਉਹ ਫਿਰ ਨਾਲ ਦੇ ਨਾਲ ਜੇ ਮਤਲਬ ਫਾਦਰ ਸਾਹਿਬ ਉਹਨਾਂ ਨੂੰ ਮੇਰੀ ਲੋੜ ਹੁੰਦੀ ਸੀ ਖੇਤੀ ਕਰਨ ਦੀ, ਉਹ ਮੈਂ ਉਹਨਾਂ ਦੇ ਪੁੱਛੇ ਤੋਂ ਬਿਨਾਂ ਹੀ ਉਹਨਾਂ ਦੇ ਨਾਲ, ਜਦੋਂ ਮਤਲਬ ਕਿਤੇ ਫਿਜ਼ੀਕਲ ਮਤਲਬ ਕੰਮ ਦੀ ਲੋੜ ਪੈਂਦੀ ਤਾਂ ਮੇਰੇ ਮੋਢੇ ਤੇ ਕਹੀ ਹੁੰਦੀ ਸੀ, ਜਿਸ ਵੇਲੇ ਕਣਕਾਂ ਦੀ ਵਾਢੀ ਹੁੰਦੀ ਸੀ ਤਾਂ ਮੇਰੇ ਕੋਲ ਦਾਤੀ ਹੁੰਦੀ ਸੀ,
ਜੇ ਇਸ ਵੇਲੇ ਮਤਲਬ ਕਿਤੇ ਟੀਮ ਨੂੰ ਖੇਲਣ ਦੀ ਸੀ ਤੇ ਸਾਡੇ ਗਰਾਊਂਡ ਦੇ ਵਿੱਚ ਅਸੀਂ ਮਤਲਬ ਚੁੰਗੀਆਂ ਭਰਦੇ ਹੁੰਦੇ ਸੀ। ਸੋ ਥੀਸ ਥਿੰਗਸ ਰਾਈਟ ਚਲੋ ਇਹਨਾਂ ਗੱਲਾਂ ਨੇ ਮੈਨੂੰ ਬਹੁਤ ਕੁਝ ਦਿੱਤਾ। ਮੈਂ ਸਿਹਤ ਪ੍ਰਤੀ ਜਾਗਰਤ ਕੀਤਾ ਤੇ ਮੈਂ ਇਹੀ ਤੁਹਾਡੇ ਬੱਚਿਆਂ ਨੂੰ ਵੀ ਕਹੂੰਗਾ ਵੀ ਪੜ੍ਹੋ, ਬਹੁਤ ਪੜ੍ਹੋ, ਪਰ ਨਾਲ ਦੀ ਨਾਲ ਤੁਸੀਂ ਸਿਹਤ ਦਾ ਵੀ ਖਿਆਲ ਰੱਖੋ। ਮੈਂ ਇੰਨਾ ਜਵਾਨ ਤਾਂ ਨਹੀਂ, ਪਰ ਜਿਹੜਾ ਤੁਹਾਡਾ ਤੁਸੀਂ ਕਿਹਾ ਮੈਨੂੰ ਚੰਗਾ ਲੱਗਾ। ਨਹੀਂ ਹੁਣ ਅਸੀਂ ਵੀ ਆਪਾਂ ਲਿਖਣ ਲੱਗ ਪਵਾਂ ਇੱਕ ਕਵਿਤਾਵਾਂ ਜੇ ਸਾਨੂੰ ਵੀ ਤਾਂ ਜਵਾਨੀ ਰਵੇ ਸਾਰੀ ਉਮਰ। ਤੁਹਾਡੀਆਂ ਤਾਂ ਗੱਲਾਂ ਤੋਂ ਵੈਸੇ ਮਿਸਟਰ ਬਾਸੀ ਸਾਫ਼ ਪਤਾ ਲੱਗਦਾ ਵੀ ਤੁਸੀਂ ਪੜ੍ਹੇ ਲਿਖੇ ਵੀ ਆ, ਕਾਫੀ ਮਿਹਨਤ ਕੀਤੀ, ਪਰਿਵਾਰ ਦੇ ਨਾਲ ਰਹੇ ਆ, ਮੰਮੀ ਡੈਡੀ ਦੀ ਹੈਲਪ ਕੀਤੀ, ਤਾਂ ਤੁਸੀਂ ਕਵਿਤਾਵਾਂ ਵੀ ਲਿਖੀਆਂ। ਤੁਹਾਡੀ ਜਿਹੜੀ ਜ਼ਿੰਦਗੀ ਸੀ ਕਾਫੀ ਵੈਲ ਬੈਲੈਂਸ ਸੀਗੀ। ਤੁਸੀਂ ਹੁਣ ਕਿਹਾ ਸੀ ਕਪਤਾਨ ਵੀ ਰਹਿ ਚੁੱਕੇ ਆ ਟੀਮ ਦੇ, ਇਹ ਕਾਫੀ ਵੈਲ ਬੈਲੈਂਸ। ਇਹ ਕਿੱਦਾਂ ਤੁਸੀਂ ਸਾਰਾ ਕੁਛ ਕੀਤਾ? ਗਗਨ ਬੇਟਾ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਆਪ ਹੀ ਹੁੰਦਾ ਰਿਹਾ। ਇਹ ਕੋਈ ਪਲਾਨ ਨਹੀਂ ਸੀ ਔਰ ਆਪਣੇ ਆਪ ਹੀ ਹੁੰਦਾ ਰਿਹਾ। ਮੈਂ ਇੰਜੋਏ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ ਸੁਸਾਇਟੀ ਇੱਕ ਐਡਾ ਵੱਡਾ ਖਜ਼ਾਨਾ ਆ। ਤੁਸੀਂ ਮਾੜਾ ਜਿਹਾ ਸੁਸਾਇਟੀ ਲਈ ਕੁਝ ਕਰਕੇ ਦੇਖੋ, ਉਹ ਤਾਂ ਲਟਾਉਂਦੀ ਹੈ ਤੁਹਾਨੂੰ। ਸੋ ਐਕਚੁਅਲੀ ਵੀ ਆਰ ਦ ਕ੍ਰੀਏਸ਼ਨ ਆਫ ਦ ਪ੍ਰੋਡਕਸ਼ਨ ਆਫ ਦ ਸੁਸਾਇਟੀ। ਐਕਚੁਅਲੀ ਜੋ ਕੁਝ ਹੈਗੇ ਆ ਅਸੀਂ ਸੁਸਾਇਟੀ ਦੀ ਦੇਣ ਆ। ਸੁਸਾਇਟੀ ਨੂੰ ਜੇ ਅਸੀਂ ਵਾਪਸ ਕੁਝ ਦਿੰਦੇ ਆ ਤੇ ਸੁਸਾਇਟੀ ਤੁਹਾਨੂੰ ਵਾਪਸ ਦਿੰਦੇ। ਅੱਜ ਮੰਗਾ ਵਾਸੀ ਕੀ ਹੈਗਾ, ਇਹ ਮੇਰੇ ਪਿੰਡ ਦੀ ਦੇਣ ਆ ਜਾਂ ਮੇਰੇ ਪੰਜਾਬੀ ਕਲਚਰ ਦੀ ਉੱਥੇ ਜਾਂ ਇੱਥੇ ਦੀ ਦੇਣ ਆ। ਕਿਉਂਕਿ ਮੈਂ ਵੀ ਹਰ ਸਮੇਂ ਉਹਨਾਂ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕੀਤੀ ਆ ਔਰ ਜੇ ਮੈਂ ਉਹਨਾਂ ਨੂੰ ਇੱਕ ਇੰਚ ਨੇੜੇ ਹੋਇਆ ਤਾਂ ਉਹ ਮੈਨੂੰ 2 ਇੰਚ ਨੇੜੇ ਹੋਇਆ। ਤੇ ਇਸੇ ਤਰ੍ਹਾਂ ਜਿਵੇਂ ਕਿ ਇੱਜ਼ਤ ਕਰਨੀ ਤੇ ਰਿਸਪੈਕਟ ਜਿਹੜੀ ਹੈਗੀ ਆ, ਇਹ ਵਨ ਵੇ ਸਟਰੀਟ ਟੂ ਵੇ ਆ। ਤੁਹਾਨੂੰ ਅਰਨ ਕਰਨੀ ਪੈਂਦੀ ਹੈ ਤੇ ਜੇ ਤੁਸੀਂ ਰਿਸਪੈਕਟ ਕਰੋਗੇ ਤੇ ਰਿਸਪੈਕਟ ਮਿਲਣੀ ਆ। ਜੇ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਤਾਂ ਤੁਹਾਨੂੰ ਵਾਪਸ ਮਿਲਣੀ ਆ, ਨਹੀਂ ਤੇ ਨਹੀਂ। ਤੁਸੀਂ ਫੋਰਸਫੁਲੀ ਨਹੀਂ ਲੈ ਸਕਦੇ। ਔਰ ਆਈ ਪਰਸਨਲੀ ਆਈ ਇੰਜੋਏ ਇਟ। ਮੈਂ ਕਿਸੇ ਵੀ ਫੀਲਡ 'ਚ ਗਿਆ, ਮੈਨੂੰ ਬਹੁਤ ਕਾਮਯਾਬੀ ਦਿੱਤੀ। ਮੈਂ ਆਪ ਇਹ ਕਾਮਯਾਬੀ ਮੇਰੀ ਆਪਣੀ ਨਹੀਂ ਸੀ। ਮੈਂ ਆਲਵੇਜ਼ ਆਪਣੇ ਲੋਕਾਂ ਦੀ, ਆਪਣੇ ਦੋਸਤਾਂ ਦੀ, ਆਪਣੇ ਮਿੱਤਰਾਂ ਦੀ, ਜਿਨ੍ਹਾਂ ਲਈ ਮੈਂ ਕੰਮ ਕੀਤੇ ਉਹਨਾਂ ਨੇ ਮੈਨੂੰ ਵੀ ਦਿੱਤੇ। ਤੇ ਮੇਰੀ ਕਵਿਤਾ ਨੂੰ ਸਲਾਹ, ਮੈਨੂੰ ਕਵੀ ਬਣਾ ਦਿੱਤਾ ਤੇ ਮੇਰੇ ਕੰਮਾਂ ਨੇ ਬਿਜ਼ਨਸ ਦੇ ਵਿੱਚ ਕੰਟਰੀਬਿਊਟ ਕੀਤਾ ਤੇ ਮੈਨੂੰ ਸਕਸੈਸਫੁਲ ਬਿਜ਼ਨਸਮੈਨ ਬਣਾ ਦਿੱਤਾ। ਤੇ ਬਹੁਤੀ ਵਾਰੀ ਮੈਨੂੰ ਮੇਰੇ ਦੋਸਤਾਂ ਨੇ ਇਹ ਵੀ ਕਿਹਾ ਵੀ ਤੂੰ ਪੋਲੀਟੀਕਲੀ ਰਨ ਕਿਉਂ ਨਹੀਂ ਕਰਦਾ। ਮੈਂ ਕਿਹਾ ਨਾ ਵੀ ਸਾਰੇ ਕੰਮ ਨਹੀਂ ਹੋਣੇ, ਇੱਕ ਤਾਂ ਰਹਿਣ ਦਿਓ। ਮਿਸਟਰ ਬਾਸੀ, ਕਵਿਤਾਵਾਂ ਦੇ ਇਲਾਵਾ ਆਪ YouTube ਦੇ ਉੱਤੇ ਜਾਂ punjabikalaman.com ਉੱਤੇ ਅਸੀਂ ਤੁਹਾਡੇ ਕੁਝ ਗੀਤ ਵੀ ਸੁਣੇ ਆ ਜਿਹੜੇ ਤੁਸੀਂ ਲਿਖਿਆ। ਤਾਂ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਡੇ ਲਈ ਜਿਹੜਾ ਤੁਸੀਂ ਗਾਣਾ ਗਾਇਆ ਸੀ ਹਵਾ ਦੇ ਬੁੱਲੇ, ਉਹਦੀਆਂ 2 ਲਾਈਨਾਂ ਸ਼ੇਅਰ ਕਰੋ। ਮੇਰੇ ਪਿੰਡ ਵੱਲੋਂ ਆਏ ਹਵਾ ਦੇ ਬੁੱਲੇ ਆਵੇ, ਦੱਸੀ ਸਾਡੇ ਪਿੰਡ ਦਾ ਕੀ ਹਾਲ। ਮੇਰੇ ਦੇਸ਼ ਵੱਲੋਂ ਆਏ ਹਵਾ ਦੇ ਬੁੱਲੇ ਆਵੇ, ਦੱਸੀ ਸਾਡੇ ਪਿੰਡ ਦਾ ਕੀ ਹਾਲ। ਜੂ ਸਾਡੇ ਪਿੰਡ ਦੀ ਤੇ ਅਤੇ ਸਾਡੇ ਪੇਂਡੂਆਂ ਨੂੰ ਆਇਆ ਕਦੇ ਸਾਡਾ ਵੀ ਖਿਆਲ। ਜੂ ਸਾਡੇ ਪਿੰਡ ਦੀ ਤੇ ਅਤੇ ਸਾਡੇ ਪੇਂਡੂਆਂ ਨੂੰ ਆਇਆ ਕਦੇ ਸਾਡਾ ਵੀ ਖਿਆਲ। ਸੁਣਿਆ ਏ ਸਰਗੀ ਦੇ ਚੜ੍ਹਦੇ ਹੁਸਨ ਤਾਈਂ, ਤੱਕਦਾ ਏ ਨੀਰਾ ਅੱਖਾਂ ਪਾਲ। ਮੈਂ ਮਤਲਬ ਮਿਰਜ਼ਾ ਗਾਉਂਦਾ ਦੇਖੇ। ਮੈਂ ਜਨੇਰ ਅੱਗੇ ਮਤਲਬ ਜਦੋਂ ਵਿਆਹ ਹੁੰਦੇ ਸੀ ਤੇ ਜਦ ਜਨੇਰ ਤੁਰਦੀ ਸੀ, ਮੈਂ ਕੁੜੀਆਂ ਨੂੰ ਸਿੱਠਣੀਆਂ ਦਿੰਦੇ ਮਤਲਬ ਦੇਖਿਆ। ਤੇ ਜਦੋਂ ਵਿਆਹ ਕੇ ਉਹਨਾਂ ਦੇ ਭਰਾ ਆਉਂਦੇ ਸੀ ਤੇ ਉਹਨਾਂ ਨੂੰ ਰਿਸੀਵ ਕਰਦਿਆਂ ਦੇਖਿਆ। ਉਹ ਮੇਰੇ ਮਨ ਦੇ ਵਿੱਚ ਬੜਾ ਸ਼ਬਦਾਂ ਦਾ ਭੰਡਾਰ ਸੀ ਤੇ ਉਹਨਾਂ ਉਸ ਹੀ ਸ਼ਬਦ ਭੰਡਾਰ ਨੇ ਮੈਨੂੰ ਕਵੀ ਬਣਾਇਆ ਔਰ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ। ਹੁਣ ਮਿਸਟਰ ਬਾਸੀ, ਕੁਝ ਹਫ਼ਤੇ ਪਹਿਲਾਂ ਤੁਸੀਂ ਇੰਗਲੈਂਡ ਗਏ ਸੀਗੇ ਆਪਣੀ ਇੱਕ ਨਵੀਂ ਕਿਤਾਬ ਕੱਢਣ ਵਾਸਤੇ, ਜੋ ਤੁਸੀਂ ਸਾਡੇ ਲਈ ਲੈ ਕੇ ਆਏ ਆ। ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ। ਇਹਦਾ ਕਿਤਾਬ ਦਾ ਨਾਮ ਹੈਗਾ ਨਦੀ ਦਾ ਸਫ਼ਰ। ਕੀ ਤੁਸੀਂ ਵਿਸਤਾਰ ਵਿੱਚ ਸਾਨੂੰ ਇਸ ਕਿਤਾਬ ਬਾਰੇ ਦੱਸ ਸਕਦੇ ਹੋ? ਨਦੀ, ਪਹਿਲੀ ਗੱਲ ਤੇ ਨਦੀ ਦਾ ਸਫ਼ਰ ਜਿਹੜਾ ਹੈਗਾ ਆ, ਇਹ ਇੱਕ ਆਮ ਆਪਣੇ ਸਭ ਇਮੀਗ੍ਰੈਂਟ ਲੋਕਾਂ ਦੀ ਮਤਲਬ ਦੀ ਕਹਾਣੀ ਆ। ਨਦੀ ਦਾ ਸਫ਼ਰ ਇਹ ਆ ਵੀ ਮੈਂ ਪਹਿਲਾਂ ਤੁਹਾਨੂੰ ਤੁਸੀਂ ਕੁਝ ਸਮਝ ਲਓਗੇ, ਮੈਂ ਤੁਹਾਨੂੰ ਦੱਸਦਾ ਵੀ ਇਸ ਨਦੀ ਦਾ ਨਾਂ ਕੀ ਰੱਖੀਏ। ਇਸ ਨਦੀ ਦਾ ਨਾਂ ਕੀ ਰੱਖੀਏ, ਇਹ ਨਹੀਂ ਝੀਲਦੀ ਜਾਈ। ਇਹ ਤਾਂ ਮੇਰੇ ਪਿੰਡ ਦੀ ਜੂਹ ਚੋਂ ਕਵਿਤਾ ਬਣ ਗਿਆ। ਇਸ ਨਦੀ ਦਾ ਨਾਂ ਕੀ ਰੱਖੀਏ, ਇਹ ਨਹੀਂ ਝੀਲਦੀ ਜਾਈ। ਇਹ ਤਾਂ ਮੇਰੇ ਪਿੰਡ ਦੀ ਜੂਹ ਚੋਂ ਕਵਿਤਾ ਬਣ ਵਹਿ ਆਈ। ਬੇਗ ਇਸ ਦਾ ਸ਼ਬਦ ਸੁਨਹਿਰੀ, ਗਜ਼ਲ ਜਹੀ ਗਹਿਰਾਈ, ਮਿਲਣਾ ਸਾਗਰ ਨੂੰ ਫਿਰਦੀ ਲੇਖ ਲਿਖਾਈ।
ਸੋ ਦਿਸ ਇਜ਼ ਦਾ ਪ੍ਰੋਸੈਸ। ਮੈਂ ਜਿਵੇਂ ਪਹਿਲਾਂ ਵੀ ਦੱਸਿਆ, ਇਹ ਤਾਂ ਇੱਕ ਵਰਤਾਰਾ ਆ ਇੱਕ ਇਮੀਗ੍ਰੈਂਟ ਲੋਕਾਂ ਦਾ। ਮੈਂ ਆਪਣੇ ਆਪ ਨੂੰ ਜਾਂ ਹਰ ਇਮੀਗ੍ਰੈਂਟ ਨੂੰ ਕਿਹਾ ਵੀ ਉਹ ਇੱਕ ਨਦੀ ਵਾਂਗ ਆ। ਜਿਵੇਂ ਸਤਲੁਜ, ਗੰਗਾ ਜਾਂ ਬ੍ਰਹਮਪੁੱਤਰ ਨਦੀਆਂ ਜਿਹੜੀਆਂ ਹੈਗੀਆਂ, ਇਹ ਝੀਲ ਮਾਨਸਰੋਵਰ ਚੋਂ ਨਿਕਲਦੀਆਂ, ਜਿਹੜੀ ਕਿ ਹਿਮਾਲਾ ਪਰਬਤ ਦੇ ਉੱਪਰ ਹੈ। ਤੇ ਪਰ ਜਿਹੜਾ ਇਮੀਗ੍ਰੈਂਟ ਹੈਗਾ, ਜਿਵੇਂ ਤੁਹਾਡੇ ਡੈਡੀ ਆ ਜਾਂ ਮੈਂ ਆ, ਅਸੀਂ ਜਿਹੜੀ ਅਸੀਂ ਆਪਣੇ ਆਪ ਨੂੰ ਨਦੀ ਜਿਹੜੀ ਇਹ ਨਿਕਲੀ ਹੈ ਸਾਡੇ ਪਿੰਡ ਦੀ ਜੂਹ ਚੋਂ ਆਈ, ਤੇ ਸਟਿਲ ਪ੍ਰੋਸੈਸ ਆ, ਤੇ ਆਪਣੇ ਮੰਜ਼ਿਲ ਵੱਲ ਜਾ ਰਹੀ ਆ। ਤੇ ਦੇਖਦੇ ਆ ਕਿ ਇਹ ਸਾਗਰ ਜਿਹੜਾ ਗਿਆਨ ਦਾ ਸਾਗਰ ਆ, ਉਹਦੇ 'ਚ ਇਹ ਇੱਕਮਿਕ ਹੋ ਜਾਊਗੀ ਜਾਂ ਅਦਬਾਟੇ ਦੇ ਜਾਊ। ਇਹਦੇ ਬਾਰੇ ਕੋਈ ਪਤਾ ਨਹੀਂ ਕਿ ਉਹ ਮਿਲ ਜਾਊ, ਉਹਦੀ ਮੰਜ਼ਿਲ ਜਾਣਾ। ਕਵਿਤਾਵਾਂ ਮਿਸਟਰ ਬਾਸੀ ਮੈਂ ਵੀ ਬਹੁਤ ਸ਼ੌਂਕ ਰੱਖਦਾ, ਅਤੇ ਆਹ ਕਿਤਾਬ ਪਹਿਲੀ ਵਾਰੀ ਮੇਰੇ ਹੱਥ ਆਈ ਤੁਹਾਡੀ, ਅਤੇ ਮੈਂ ਜ਼ਰੂਰ ਪੜ੍ਹੂੰਗਾ, ਹੋਪਲੀ ਆਨੰਦ ਮਾਣੂੰਗਾ ਪੜ੍ਹ ਕੇ। ਥੈਂਕ ਯੂ। ਸੋ ਹੁਣ ਤੁਸੀਂ ਕਵਿਤਾਵਾਂ ਕਾਫੀ ਜ਼ਿਆਦਾ ਲਿਖੀਆਂ, ਤਾਂ ਆਉਣ ਵਾਲੇ ਸਾਲਾਂ 'ਚ ਅਗਾਂਹ ਤੁਹਾਡੇ ਕੀ ਇਰਾਦੇ ਨੇ, ਕੀ ਫਿਊਚਰ ਆ ਇਹ ਕਵੀ? ਬਸ ਜੇ ਮਤਲਬ ਇਸੇ ਤਰ੍ਹਾਂ ਪਾਠਕਾਂ ਦਾ ਸਹਿਯੋਗ ਰਿਹਾ ਤੇ ਮਨ ਦੀ ਅਵਸਥਾ ਜਿਹੜੀ ਆ ਉਹ ਸਿਹਤਮੰਦ ਰਹੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਤੇ ਜ਼ਰੂਰ ਮੈਂ ਸ਼ਬਦਾਂ ਨਾਲ ਦੋਸਤੀ ਉਸੇ ਤਰ੍ਹਾਂ ਕਾਇਮ ਰੱਖੂੰਗਾ ਜਿਵੇਂ ਬਚਪਨ ਤੋਂ ਰੱਖੀ ਆ, ਔਰ ਜ਼ਰੂਰ ਨਵੀਆਂ ਕਵਿਤਾਵਾਂ ਤੇ ਨਵੀਆਂ ਕਿਤਾਬਾਂ ਦੇ ਨਾਲ ਤੁਹਾਡੇ ਰੂਬਰੂ ਹੁੰਦਾ ਰਹਾਂ। ਮਿਸਟਰ ਬਾਸੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਸਾਨੂੰ ਵਧੀਆ ਫੀਲ ਹੋਇਆ। ਜਿਹੜੀ ਪ੍ਰੇਰਨਾ ਸਾਡੇ ਤੋਂ ਇੱਕ ਪੋਜ਼ਿਟਿਵ ਇਨਫਲੂਐਂਸ ਹੋਇਆ, ਅਤੇ ਜਿੱਦਾਂ ਤੁਸੀਂ ਕਿਹਾ ਫਿਊਚਰ ਸਾਡੇ ਮੋਹਰੇ ਆ, ਤਾਂ ਅਸੀਂ ਫੜਨਾ ਹੀ ਨਾ। ਐਗਜ਼ੈਕਟਲੀ ਬੇਟਾ, ਗੱਲ ਤੇ ਇਹ ਆ ਵੀ ਫਿਊਚਰ ਜਿਹੜਾ ਹੈਗਾ ਨਾ, ਦੇਖੋ ਅਸੀਂ ਤੁਹਾਡੇ ਡੈਡੀ ਜੀ ਹੁਣੇ ਜਾਂ ਮੈਂ, ਅਸੀਂ ਤੇ ਆਏ ਆ, ਮਤਲਬ ਸਾਡੇ ਤੇ ਹੋਰ ਬਹੁਤ ਜ਼ਿੰਮੇਵਾਰੀਆਂ ਸੀਗੀਆਂ। ਅਸੀਂ ਪਿੱਛੇ ਨੂੰ ਦੇਖਣਾ ਸੀ, ਭਰਾਵਾਂ ਨੂੰ ਬਰਾਬਰ ਕਰਨਾ ਸੀ, ਪਿੰਡ ਲਈ ਸੋਚਣਾ ਸੀ, ਪਰ ਉਹ ਤੋਂ ਤੁਸੀਂ ਫਾਰ ਗਿਆ। ਤੁਸੀਂ ਸਿਰਫ ਆਪਣੇ ਆਪ ਲਈ ਦੇਖਣਾ, ਆਪਣੇ ਪਰਿਵਾਰ ਲਈ ਦੇਖਣਾ, ਆਪਣੇ ਪਿੰਡ ਲਈ ਵੀ ਦੇਖੋ, ਸੁਸਾਇਟੀ ਲਈ ਵੀ ਦੇਖੋ, ਰਿਸ਼ਤੇਦਾਰੀ ਲਈ ਵੀ ਦੇਖੋ, ਪਰ ਯੂ ਹੈਵ ਦਾ ਮੋਰ ਅਪੋਰਚੁਨਿਟੀ। ਕੈਨੇਡਾ ਦਾ ਇਟਸੈਲਫ ਇਜ਼ ਕਾਲਡ ਦਾ ਲੈਂਡ ਆਫ ਅਪੋਰਚੁਨਿਟੀ। ਮੈਂ ਇਹ ਵੀ ਕਹਿਣਾ ਵੀ ਕਿਸੇ ਵੇਲੇ ਜਦੋਂ ਮੈਂ ਬਰਫ਼ ਦਾ ਮਾਰੂਥਲ ਲਿਖਿਆ ਸੀ, ਮੈਨੂੰ ਇਹ ਬਰਫ਼ ਲੱਗਦਾ ਸੀ ਸਾਰਾ ਕੁਝ। ਲੋਕਾਂ ਦੀਆਂ ਨਜ਼ਰਾਂ ਬਰਫ਼ ਲੱਗਦੀਆਂ ਸੀ, ਲੋਕਾਂ ਦੇ ਬੋਲ ਬਰਫ਼ ਲੱਗਦੇ ਸੀ, ਵਾਤਾਵਰਣ ਬਰਫ਼ ਲੱਗਦਾ ਸੀ, ਪਰ ਹੌਲੀ ਹੌਲੀ ਸਵੇਰੇ ਕਾਰਬਟ ਲਈ ਤੇ ਇਹ ਦੇਸ਼ ਵੀ ਮੇਰਾ ਦੇਸ਼ ਮੈਨੂੰ ਲੱਗਣ ਲੱਗ ਪਿਆ ਜਿਵੇਂ ਮੇਰਾ ਪੰਜਾਬ ਸੀ। ਹੁਣ ਮੈਂ ਕੈਨੇਡਾ ਨੂੰ ਵੀ ਆਪਣਾ ਦੇਸ਼ ਸਮਝਦਾ, ਤੇ ਇੰਡੀਆ ਨੂੰ ਮਤਲਬ ਮੈਂ ਜਨਮ ਭੂਮੀ ਸਮਝਦਾ, ਇਹਨੂੰ ਮੈਂ ਆਪਣੀ ਕਰਮ ਭੂਮੀ ਸਮਝਦਾ। ਅੱਜ ਜੇ ਕੈਨੇਡਾ ਨੂੰ ਵੀ ਮੇਰੀ ਜ਼ਿੰਦਗੀ ਦੀ ਲੋੜ ਪਵੇ ਤੇ ਮੈਂ ਖੁਸ਼ ਹੋ ਕੇ ਕਹੂੰਗਾ ਵੀ ਮੈਂ ਤੈਨੂੰ ਡਾਊਨ ਨਹੀਂ ਹੋਣ ਦਊਂਗਾ, ਬੇਸ਼ੱਕ ਮੇਰੀ ਜ਼ਿੰਦਗੀ ਵੀ ਲੱਗ ਜਾਏ। ਸੋ ਇਸ ਕਰਕੇ ਜਿੱਥੇ ਆਪਾਂ ਰਹੀਏ, ਜਿਸ ਹਵਾਵਾਂ ਮਤਲਬ ਸਾਹ ਲਈਏ, ਤੇ ਜਿਹੜੀਆਂ ਅਪੋਰਚੁਨਿਟੀਜ਼, ਜਿਹੜੀਆਂ ਫੈਸਿਲਿਟੀਜ਼ ਆਪਾਂ ਮਾਣੀਏ, ਉਹਦੇ ਲਈ ਮੇਰਾ ਖਿਆਲ ਜਾਨ ਬਾਲਣਾ ਵੀ ਸਾਡੇ ਪੰਜਾਬੀਆਂ ਦਾ ਮੁੱਢ ਤੋਂ ਸੁਭਾਅ ਰਿਹਾ, ਔਰ ਸਾਨੂੰ ਇਸ ਦੇਸ਼ ਨੂੰ ਆਪਣਾ ਬਣਾ ਕੇ ਸਾਨੂੰ ਵੀ ਤਿਆਰ ਰਹਿਣਾ। ਆਖਿਰ ਵਿੱਚ ਮਿਸਟਰ ਬਾਸੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਕਵਿਤਾ ਗਾਓ ਜਾਂ ਸਾਨੂੰ ਸੁਣਾ ਦਿਓ, ਅਸੀਂ ਬਹੁਤ ਦਿਲੋਂ ਧੰਨਵਾਦ ਕਰਾਂਗੇ ਤੁਹਾਡਾ। ਓਕੇ, ਥੈਂਕ ਯੂ। ਮੈਂ ਫਿਰ ਇਹੀ ਸੁਣਾਉਣਾ ਵੀ ਮੇਰਾ ਕਾਬ ਸਫ਼ਰ। ਠੀਕ ਹੈ ਜੀ। ਜਿਵੇਂ ਆਪਾਂ ਗੱਲਾਂ ਤਾਂ ਬਹੁਤ ਕੀਤੀਆਂ, ਪਰ ਮੈਂ ਹੁਣ ਇੱਕ ਨਜ਼ਮ ਦੇ ਵਿੱਚ ਤੁਹਾਨੂੰ ਦੱਸਦਾ ਵੀ ਮੇਰੀ ਕਵਿਤਾ ਕਿੱਥੋਂ ਤੁਰੀ ਤੇ ਕਿੱਥੇ ਜਾ ਰਹੀ, ਤੇ ਅਜੇ ਸਟਿਲ ਜਿਹੜੀ ਹੈ ਇਮੋਸ਼ਨ 'ਚ ਆ। ਜਦੋਂ ਮੈਂ ਬਾਲ ਸਾਂ, ਜਦੋਂ ਮੈਂ ਬੱਚਾ ਸੀ ਨਾ, ਜਦੋਂ ਮੈਂ ਬਾਲ ਸਾਂ, ਮੇਰੀ ਮਾਂ ਨੇ ਬਾਲੜੀ ਜਿਹੀ ਕਵਿਤਾ ਨੂੰ ਖਿਡਾਇਆ, ਰੁਸਾਇਆ, ਮਨਾਇਆ ਤੇ ਲਾਡ ਲੜਾਇਆ। ਜਦੋਂ ਮੈਂ ਬਾਲ ਸਾਂ, ਮੇਰੀ ਮਾਂ ਨੇ ਬਾਲੜੀ ਜਿਹੀ ਕਵਿਤਾ ਨੂੰ ਖਿਡਾਇਆ, ਰੁਸਾਇਆ, ਮਨਾਇਆ ਤੇ ਲਾਡ ਲੜਾਇਆ। ਫਿਰ ਕਿਤੇ ਕਵਿਤਾ ਨੇ ਘਰ ਦੀ ਦਹਲੀਜ਼ ਤੋਂ ਬਾਹਰ ਆ, ਪਿੰਡ ਦੇ ਕੱਚੇ ਰਾਹਾਂ ਤੇ ਠੁਮਕ ਤੁਰ, ਬਾਪੂ ਦੇ ਹਲ ਦੀਆਂ ਰਹਿਲਾਂ ਦਾ ਲਹਿਰੀਆ ਸਿੱਖ, ਪਿੰਡ ਦੀ ਜੂਹ ਦੀ ਨਿਸ਼ਾਨਦੇਹੀ ਕਰ, ਸ਼ਬਦਾਂ ਸੰਗ ਲੁਕਣ ਮੀਟੀ ਖੇਡਦੀ, ਸ਼ਹਿਰ ਦੀ ਬੇਰਖੀ ਨੂੰ ਭਾਂਪਦੀ, ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਸ਼ਬਦਾਂ ਸੰਗ ਅੱਖ ਮਟਕਾ ਕਰਦੀ ਬੀੜ ਬੰਸੀਆਂ ਤੋਂ ਦਿੱਲੀ ਨੂੰ ਚਾਲੇ ਪਾ। ਪਿਛਲੀ ਸਦੀ ਦੇ 7ਵੇਂ ਦਹਾਕੇ ਦੇ ਅਖੀਰ ਹਵਾਈ ਜਹਾਜ਼ੇ ਸਵਾਰ ਹੋ ਵੈਨਕੂਵਰ 'ਚ ਉੱਤਰ, ਬਰਫ਼ ਸੰਗ ਬਰਫ਼ ਹੁੰਦੀ ਹੋਈ ਮੇਰਾ ਪਰਛਾਵਾਂ ਬਣ ਮੇਰੇ ਸੰਗ ਲਿਪਟ ਗਈ ਸੀ। ਭਾਵੇਂ ਬਰਫ਼ ਦਾ ਮਾਰੂਥਲ ਹੋਵੇ ਜਾਂ ਤਿਰਛੀਆਂ ਨਸਲੀ ਨਜ਼ਰਾਂ ਦਾ ਸੇਕ, ਕਵਿਤਾ ਪਹਾੜ ਦੀਆਂ ਚੋਟੀਆਂ, ਸਮੁੰਦਰੀ ਗਹਿਰਾਈ, ਲਹਿਰਾਂ ਦੀਆਂ ਅਟਕੇਲੀਆਂ, ਝੀਲਾਂ ਦੇ ਨਜ਼ਾਰੇ, ਕੱਕੀ ਰੇਤ ਤੇ ਨੰਗੇਜ਼ ਬੀਚਾਂ ਤੋਂ ਮੇਰੇ ਸੰਗ ਗੁਜ਼ਰਦੀ, ਪੂਰਬੀ ਤੇ ਪੱਛਮੀ
ਉੱਤਰੀ ਤੇ ਦੱਖਣੀ ਕੈਨੇਡਾ ਦਾ ਨਿੱਘ ਮਾਣਦੀ ਫਰੇਜ਼ਰ ਵੈਲੀ ਦੇ ਬੇਰੀ ਫਾਰਮਾਂ ਚੋਂ ਲੰਘਦੀ ਹੋਈ ਬੇਰੀ ਦੀ ਮਹਿਕ ਵਿੱਚ ਗੁਆਚ ਜਾਂਦੀ। ਕਦੀ ਓਕਨਾਗਨ ਝੀਲ ਦੀਆਂ ਲਹਿਰਾਂ ਸੰਗ ਗਾਉਂਦੀ ਹੋਈ ਲੋਅਰ ਮੇਨਲੈਂਡ ਦੇ ਖੇਤਾਂ, ਘਰਾਂ ਤੇ ਰਿਹਾਇਸ਼ੀ ਪਲਾਟਾਂ ਦੀ ਫੀਤਾ ਲੈ ਕੇ ਮਿਣਤੀ ਕਰਦੀ, ਡਾਲਰ ਕਮਾਉਂਦੀ, ਬੈਂਕ ਖਾਤੇ ਨੂੰ ਹਰ ਰੋਜ਼ ਅੱਖਾਂ ਵਿੱਚ ਦੀ ਕੱਢਦੀ, ਮਾਣਦੀ ਤੇ ਖਰਚਦੀ। ਥਾਮਸਨ ਵੈਲੀ ਵਿੱਚ ਪਹੁੰਚ ਦੋ ਦਰਿਆਵਾਂ ਦਾ ਸਮੇਲ ਤੱਕ ਆਪ ਮੁਹਾਰੇ ਝੂਮ ਉੱਠਦੀ। ਸਰੀਰਕ ਤੇ ਮਾਨਸਿਕ ਭੁੱਖ ਦੀ ਪੂਰਤੀ ਕਰਦੀ, ਸਮੁੱਚੀ ਕਾਇਨਾਤ ਦੀ ਪੀੜ ਹਰਨ ਦੀ ਕਹਾਣੀ ਲਿਖਦੀ, ਪੜ੍ਹਦੀ, ਗੀਤਾਂ ਨੂੰ ਸੁਣਦੀ, ਕਿਸੇ ਆਸ ਵਿੱਚ ਗੁਣਗੁਣਾਉਣ ਲੱਗ ਪੈਂਦੀ ਹੈ। ਕਦੀ ਕਦੀ ਜੰਮਣ ਭੂੰ ਦੀਆਂ ਯਾਦਾਂ ਵਿੱਚ ਗੁਆਚ ਮੁੜ ਵਾਪਸ ਪਰਤ ਪਿੰਡ ਦੀ ਜੂਹ ਦਾ ਦੀਦਾਰ ਕਰ ਵਾਪਸ ਕੈਨੇਡਾ ਪਰਤ ਕੇ ਫਿਰ ਮੈਨੂੰ ਬੰਗਾਰਦੀ ਏ, ਕਵੀਆ ਤੂੰ ਜਾਣਦਾ ਹੈ ਕਿ ਮੈਂ ਤੇਰੇ ਸੰਗ ਬਚਪਨ ਤੋਂ ਹੁਣ ਤੱਕ ਪਰਛਾਵੇਂ ਵਾਂਗ ਕਿਉਂ ਲਿਪਟੀ ਸਾਂ। ਕਿ ਕਵੀਆ ਤੂੰ ਜਾਣਦਾ ਹੈ ਮੈਂ ਤੇਰੇ ਸੰਗ ਬਚਪਨ ਤੋਂ ਹੁਣ ਤੱਕ ਪਰਛਾਵੇਂ ਵਾਂਗ ਕਿਉਂ ਲਿਪਟੀ ਸਾਂ, ਤੇਰੇ ਅੰਗ ਸੰਗ ਕਿਉਂ ਗੁਣਗੁਣਾਉਂਦੀ ਹਾਂ। ਕਵੀਆ ਤੈਨੂੰ ਜ਼ਰੂਰ ਯਾਦ ਹੋਵੇਗਾ ਜਦੋਂ ਤੂੰ ਮੈਨੂੰ ਬਾਲੜੀ ਜਹੀ ਨੂੰ ਪਹਿਲੀ ਲੋਰੀ ਦੇ ਕੇ ਕਿਹਾ ਸੀ ਕਿ ਮੇਰੀ ਕਵਿਤਾ ਇੱਕ ਦਿਨ ਬਿਰਖਾਂ ਦੇ ਦੁਖੜੇ, ਸਾਗਰ ਦੀ ਚੀਸ, ਧਰਤੀ ਦੀ ਹੂੰਗ, ਨਦੀ ਦਾ ਵਰਾਗ ਤੇ ਮਨੁੱਖ ਦੀ ਤਰਾਸ ਨੇੜੇ ਹੋ ਕੇ ਸੁਣੇਗੀ ਤੇ ਪੀੜ ਨੂੰ ਜਰੇਗੀ, ਗੀਤ ਗਾਵੇਗੀ, ਲਿਖੇਗੀ ਤੇ ਪੜ੍ਹੇਗੀ। ਕਵੀਆ ਮੈਨੂੰ ਪਹਿਲੀ ਲੋਰੀ ਸਮੇਂ ਕਿਹਾ, ਤੇਰਾ ਵਾਕ ਅੱਜ ਵੀ ਯਾਦ ਹੈ ਤੇ ਤਦ ਹੀ ਤੇਰੇ ਸੰਗ ਪਰਛਾਵੇਂ ਦੀ ਤਰ੍ਹਾਂ ਲਿਪਟਣ ਦਾ ਮੈਂ ਪਰਨ ਕਰ ਲਿਆ ਸੀ, ਤਾਂ ਕਿ ਮੈਂ ਤੇ ਤੂੰ ਸ਼ਬਦਾਂ ਦੇ ਅੰਗ ਸੰਗ ਤੇਰੀ ਸੋਚ ਦਾ ਪ੍ਰਸੰਗ ਬਣ ਮਨੁੱਖ ਦੇ ਉਜਲੇ ਭਵਿੱਖ, ਧਰਤੀ ਤੇ ਛਾਇਆ ਹਰ ਕੋਝ ਦੂਰ ਕਰਨ ਲਈ ਜੂਝਦੇ ਰਹਾਂਗੇ। ਕਵੀਆ ਮੈਂ ਬਰਸਾਂ ਤੋਂ ਤੇਰੇ ਨਾਲ ਹਾਂ ਤੇ ਪਰਛਾਵੇਂ ਦੀ ਤਰ੍ਹਾਂ ਆਖਰੀ ਸਾਹ ਤੱਕ ਤੇਰੇ ਨਾਲ ਚੱਲਣ ਦਾ ਵਾਦਾ ਫਿਰ ਦੁਹਰਾਉਂਦੀ ਹਾਂ, ਤੇਰੇ ਨਾਲ ਚੱਲਣ ਦਾ ਵਾਦਾ ਫਿਰ ਦੁਹਰਾਉਂਦੀ ਹਾਂ। ਵਾਓ, ਸੋ ਵੈਰੀ ਗੁੱਡ ਮਿਸਟਰ ਵਾਸੀ। ਰੱਬ ਤੁਹਾਡੇ ਵਰਗੀ ਆਵਾਜ਼, ਤੁਹਾਡੇ ਵਰਗੀ ਸੋਚਣ ਸ਼ਕਤੀ ਸਭ ਨੂੰ ਦੇਵੇ। ਇੰਨੀ ਤੁਸੀਂ ਆਹ ਨਦੀ ਦੇ ਸਫ਼ਰ ਦੇ ਵਿੱਚ ਜਿਹੜੇ ਸਫ਼ੇ ਪੜ੍ਹੇ ਆ, ਕਾਫੀ ਵਧੀਆ ਸੀ, ਕਾਫੀ ਵਿਸਤਾਰ ਨਾਲ ਲਿਖੇ ਸੀ। ਐਂਡ ਵਾਂਸ ਅਗੇਨ ਥੈਂਕ ਯੂ ਵੈਰੀ ਮਚ ਫॉर ਕਮਿੰਗ। ਕੀਮਤੀ ਸਮਾਂ ਕੱਢਿਆ ਤੁਸੀਂ ਸਾਡੇ ਲਈ, ਥੈਂਕ ਯੂ ਵੈਰੀ ਮਚ। ਦੇਖੋ ਪੁੱਤਰੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਮੈਨੂੰ ਆਈ ਫੀਲ ਪ੍ਰਾਊਡ, ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਸਾਡੇ ਬੱਚੇ ਜੋ ਸਾਡੇ ਕੋਲ ਕੁਝ ਹੈ ਉਹ ਸਾਡੇ ਨਾਲ ਸਾਂਝਾ ਕਰਨ ਲਈ ਮਤਲਬ ਆਪਣਾ ਟਾਈਮ ਕੱਢ ਕੇ ਆਇਆ। ਔਰ ਜੋ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਤੁਹਾਡੇ ਚਿਹਰੇ ਦੱਸ ਰਹੇ ਆ, ਤੁਹਾਡੇ ਹਾਵ ਭਾਵ ਮੈਨੂੰ ਕਨਫੀਡੈਂਸ ਦਵਾ ਰਹੇ ਆ ਕਿ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਵੋਗੇ ਔਰ ਤੁਸੀਂ ਸਾਡੀ ਪੰਜਾਬੀ ਕਮਿਊਨਿਟੀ ਦੇ ਨਾਲ ਨਾਲ ਸਮੁੱਚੀ ਕੈਨੇਡੀਅਨ ਸੋਸਾਇਟੀ ਦਾ ਮਾਣ ਬਣੋਗੇ। ਵੈਲ, ਇਹ ਸੀ ਮਸ਼ਹੂਰ ਪ੍ਰਸਿੱਧ ਕਾਵੀ ਮਿਸਟਰ ਮੰਗਾ ਸਿੰਘ ਵਾਸੀ, ਜਿਹੜੇ ਸਾਡੇ ਨਾਲ ਕੀਮਤੀ ਸਮਾਂ ਕੱਢ ਕੇ ਅੱਜ ਇਹ UBC ਦੇ ਸਟੂਡੈਂਟਾਂ ਲਈ ਇੰਟਰਵਿਊ ਕਰਨ ਆਏ ਸੀ। ਸੋ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ।